ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਸੀਹੀ ਵਿਸ਼ਵਾਸ ਦੀਆਂ ਮੁੱਢਲੀ ਗੱਲਾਂ ਦੇ ਅਧੀਨ ਦੇਖ ਰਹੇ ਸੀ ਕਿ ਬਾਈਬਲ ਕਲੀਸਿਆ ਦੀ ਸੇਵਕਾਈ ਬਾਰੇ ਸਾਨੂੰ ਕੀ ਕਹਿੰਦੀ ਹੈ। ਇਸ ਨੂੰ ਸਮਝਣ ਦੇ ਲਈ ਹਵਾਲੇ ਦੇ ਰੂਪ ਵਿੱਚ ਅਸੀਂ ਰੋਮੀਆ ਦੀ ਪੱਤਰੀ ਦੇ 12 ਅਧਿਆਏ ਦੀ 10 ਆਇਤ ਦੇ ਵਚਨਾਂ ਨੂੰ ਚੁਣਿਆ ਸੀ। ਦੋਸਤੋ, ਜੇਕਰ ਅਸੀਂ ਕਲੀਸਿਆ ਦੇ ਵਿੱਚ ਸੇਵਾ ਕਰਨੇ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਗੱਲਾਂ ਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ। ਹੁਣ ਤੱਕ ਅਸੀਂ ਜਿਨ੍ਹਾਂ ਮਹੱਤਵਪੂਰਨ ਗੱਲਾਂ ਦੇ ਉੱਤੇ ਵਿਚਾਰ ਕੀਤਾ ਉਹ ਹਨ: ਪ੍ਰਭੂ ਦੇ ਹਜ਼ੂਰ ਆਪਣੀ ਮੌਜੂਦਗੀ ਨੂੰ ਤੈਅ ਕਰਨਾ, ਆਪਣੀ ਲਿਆਕਤ ਨੂੰ ਪ੍ਰਭੂ ਦੇ ਸਾਹਮਣੇ ਜਾਂਚਣਾ ਅਤੇ ਪ੍ਰਭੂ ਤੋਂ ਆਪਣੇ ਕੰਮ ਨੂੰ ਸਵੀਕਾਰ ਕਰਨਾ। ਹੁਣ ਅੱਗੇ ਵਧਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਲੀਸਿਆ ਦੀ ਸੇਵਕਾਈ ਨੂੰ ਜਾਰੀ ਰੱਖਾਂਗੇ। ਆਓ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਅਧਿਐਨ ਡਾਕਟਰ ਡੇਵਿਡ ਜਰਮਾਇਆ ਦੇ ਨਾਲ। ਪ੍ਰਭੂ ਵੱਲੋਂ ਆਪਣੇ ਕੰਮ ਨੂੰ ਸਵੀਕਾਰ ਕਰੋ ਅਤੇ ਇਸ ਤੋਂ ਬਾਅਦ ਤੁਸੀਂ ਆਪਣਾ ਕੰਮ ਪ੍ਰਭੂ ਤੋਂ ਸਵੀਕਾਰ ਕਰਨਾ ਹੈ। ਇੱਕ ਦਾਸ ਉਹ ਪਹਿਲਾ ਅਤੇ ਪ੍ਰਮੁੱਖ ਇਨਸਾਨ ਹੁੰਦਾ ਹੈ ਜੋ ਕਿ ਦੂਸਰੇ ਇਨਸਾਨਾਂ ਦੇ ਅਧਿਕਾਰ ਹੇਠਾਂ ਹੁੰਦਾ ਹੈ। ਜਦੋਂ ਤੁਸੀਂ ਸੇਵਾ ਕਰਦੇ ਹੋ ਤਾਂ ਤੁਸੀਂ ਅਧਿਕਾਰ ਦੇ ਹੇਠਾਂ ਰਹਿ ਕੇ ਕਰਦੇ ਹੋ। ਸਭ ਤੋਂ ਪਹਿਲਾਂ ਤੁਸੀਂ ਪ੍ਰਭੂ ਦੇ ਅਧਿਕਾਰ ਹੇਠਾਂ ਰਹਿ ਕੇ ਸੇਵਾ ਕਰਦੇ ਹੋ ਸਕਦਾ ਹੈ ਪ੍ਰਭੂ ਤੁਹਾਨੂੰ ਅਜਿਹਾ ਕੰਮ ਦੇਣ ਜਾ ਰਿਹਾ ਹੈ ਜੋ ਤੁਹਾਡੇ ਵਰਦਾਨ ਦੇ ਮੁਤਾਬਕ ਹੈ। ਜੇ ਪ੍ਰਭੂ ਤੁਹਾਡੀ ਦੁਨੀਆ ਵਿੱਚ ਆਵੇ ਅਤੇ ਕਹੇ, ਮੈਂ ਤੁਹਾਨੂੰ ਇਹ ਵਰਦਾਨ ਦਿੱਤੇ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨਾਂ ਨਾਲ ਇਹ ਕੰਮ ਕਰੋ, ਤੁਸੀਂ ਇਸ ਨੂੰ 1 ਮਿੰਟ ਵਿੱਚ ਕਰ ਦੇਵੋਗੇ ਕਿ ਤੁਸੀਂ ਨਹੀਂ ਕਰੋਗੇ? ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸਾਰਿਆਂ ਨੇ ਪਰਮੇਸ਼ਰ ਕੋਲੋਂ ਆਪਣੇ ਸੌਂਪੇ ਹੋਏ ਕੰਮ ਨੂੰ ਸਵੀਕਾਰ ਕਰਨਾ ਹੈ। ਇਸ ਨੂੰ ਚੰਗੀ ਤਰ੍ਹਾਂ ਸਮਝ ਲਈ ਮੈਂ ਤੁਹਾਨੂੰ ਕੁਝ ਬਾਈਬਲ ਦੀਆਂ ਆਇਤਾਂ ਦਿੰਦਾ ਹਾਂ। ਮੱਤੀ 28 ਅਧਿਆਏ 18 ਵਚਨ ਤੋਂ ਲੈ ਕੇ 20 ਵਚਨ ਤੱਕ ਯਿਸੂ ਨੇ ਉਹਨਾਂ ਕੋਲ ਆ ਕੇ ਕਿਹਾ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਜਾਓ ਅਤੇ ਚੇਲੇ ਬਣਾਓ। ਪ੍ਰਭੂ ਦੇ ਅਧਿਕਾਰ ਉੱਤੇ ਕੋਈ ਸਵਾਲ ਨਹੀਂ ਹੈ, ਉਸਨੇ ਸਾਨੂੰ ਨਿਰਦੇਸ਼ ਦਿੱਤੇ ਹਨ। ਲੂਕਾ 1 ਦੇ 38 ਵਚਨ, ਮਰੀਅਮ ਨੇ ਕਿਹਾ, ਵੇਖੋ ਮੈਂ ਪ੍ਰਭੂ ਦੀ ਦਾਸੀ ਹਾਂ, ਇੱਥੇ ਤੁਹਾਡੇ ਵਚਨਾਂ ਦੇ ਮੁਤਾਬਕ ਮੇਰੇ ਨਾਲ ਹੋਵੇ। ਪ੍ਰਭੂ, ਮੈਂ ਤੇਰੇ ਅਧਿਕਾਰ ਦੇ ਅਧੀਨ ਹਾਂ ਅਤੇ ਮੈਂ ਉਹੀ ਕਰਾਂਗਾ ਜੋ ਤੁਸੀਂ ਕਹੋਗੇ। ਯਹੂਨਾ 2 ਅਧਿਆਏ 5 ਵਚਨ, ਵਿਆਹ ਅਤੇ ਤਿਉਹਾਰ ਉੱਤੇ ਕਾਨਾ ਯਿਸੂ ਦੀ ਮਾਤਾ ਨੇ ਨੌਕਰਾਂ ਨੂੰ ਕਿਹਾ, ਜੋ ਕੁਝ ਉਹ ਤੁਹਾਨੂੰ ਕਰਨ ਲਈ ਕਹੇ ਉਸੇ ਤਰ੍ਹਾਂ ਕਰੋ। ਇਹ ਇੱਕ ਦਾਸ ਦੀ ਮਾਨਸਿਕਤਾ ਹੁੰਦੀ ਹੈ ਕਿ ਇਹ ਨਹੀਂ ਹੈ। ਮੱਤੀ 7 ਅਧਿਆਏ 21 ਵਚਨ, ਨਾ ਹਰ ਕੋਈ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਦਾਖਲ ਹੋਵੇਗਾ, ਪਰ ਉਹੀ ਜਿਹੜਾ ਮੇਰੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਦਾ ਹੈ। ਕੋਈ ਤੁਹਾਨੂੰ ਕਹੇ ਕਿ ਤੁਸੀਂ ਮਸੀਹ ਹੋ, ਉਹ ਹਾਂ, ਮੈਂ ਪਰਛਾਈ ਦੇ ਪਹਾੜ ਉੱਤੇ ਜਾਂਦਾ ਹਾਂ, ਇਹ ਇਸ ਦਾ ਜਵਾਬ ਨਹੀਂ ਹੈ। ਹਾਂ, ਜੇ ਤੁਸੀਂ ਇੱਕ ਮਸੀਹ ਹੋ ਅਤੇ ਤੁਸੀਂ ਪ੍ਰਭੂ ਨੂੰ ਕਬੂਲ ਕੀਤਾ ਹੈ ਅਤੇ ਤੁਸੀਂ ਪਰਛਾਈ ਦੇ ਪਹਾੜ ਤੇ ਜਾਂਦੇ ਹੋ, ਇਹ ਚੰਗਾ ਹੈ। ਪਰ ਇੱਕ ਅਸਲੀ ਮਸੀਹ ਉਹ ਹੁੰਦਾ ਹੈ ਜੋ ਦਿਲ ਤੋਂ ਪ੍ਰਭੂ ਨੂੰ ਜਾਣਦਾ ਹੈ, ਦੂਸਰੇ ਵਿਸ਼ਵਾਸੀਆਂ ਦੀ ਸੰਗਤੀ ਵਿੱਚ ਰਹਿੰਦਾ ਹੈ ਅਤੇ ਦੂਸਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਆਪਣੀ ਜ਼ਿੰਦਗੀ ਦੇ ਜ਼ਰੀਏ ਦੂਜਿਆਂ ਦੀ ਜ਼ਿੰਦਗੀ ਨੂੰ ਛੂਹਣਾ ਸਿਖਾਇਆ ਹੈ। ਪਰਮੇਸ਼ਰ ਦੀ ਸੇਵਾ ਕਰਨਾ ਇਹੋ ਹੀ ਹੈ। ਤੁਸੀਂ ਦੂਜਿਆਂ ਨੂੰ ਆਪਣੀ ਜ਼ਿੰਦਗੀ ਦੇ ਜ਼ਰੀਏ ਕਿਵੇਂ ਛੂਹਦੇ ਹੋ? ਲੂਕਾ 6 ਅਧਿਆਏ 46 ਵਚਨ, ਤੁਸੀਂ ਕਿਉਂ ਮੈਨੂੰ ਪ੍ਰਭੂ ਪ੍ਰਭੂ ਕਰਕੇ ਪੁਕਾਰਦੇ ਹੋ ਅਤੇ ਉਹ ਕੰਮ ਨਹੀਂ ਕਰਦੇ ਜੋ ਮੈਂ ਤੁਹਾਨੂੰ ਕਹਿੰਦਾ ਹਾਂ। ਭਾਗ 4, ਪ੍ਰਭੂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ। ਅਸੀਂ ਪ੍ਰਭੂ ਦੇ ਅਧਿਕਾਰ ਦੇ ਹੇਠਾਂ ਸੇਵਾ ਕਰਦੇ ਹਾਂ, ਸੋ ਸਭ ਤੋਂ ਪਹਿਲਾਂ ਅਸੀਂ ਆਪਣੀ ਮੌਜੂਦਗੀ ਨੂੰ ਤੈਅ ਕਰਦੇ ਹਾਂ। ਦੂਸਰਾ, ਆਪਣੀ ਕਾਬਲੀਅਤ ਨੂੰ ਜਾਣਦੇ ਹਾਂ। ਤੀਸਰਾ, ਅਸੀਂ ਪ੍ਰਭੂ ਤੋਂ ਆਪਣੇ ਕੰਮ ਸਵੀਕਾਰ ਕਰਦੇ ਹਾਂ ਅਤੇ ਚੌਥਾ, ਅਸੀਂ ਆਪਣੀ ਜ਼ਿੰਮੇਵਾਰੀ, ਅਸੀਂ ਪ੍ਰਭੂ ਨੂੰ ਹਿਸਾਬ ਦੇਣਾ ਹੈ। ਪ੍ਰਭੂ ਦੇ ਅੱਗੇ ਹਰ ਕੋਈ ਜਵਾਬਦੇਹ ਹੈ ਅਤੇ ਫਿਰ ਇਹ ਬਾਈਬਲ ਦੇ ਵਿੱਚ ਹੀ ਹੈ। ਇੱਥੇ ਇੱਕ ਦ੍ਰਿਸ਼ਟਾਂਤ ਹੈ ਜੋ ਪ੍ਰਭੂ ਨੇ ਸਿਖਾਇਆ ਹੈ, ਜੋ ਕਿ ਤੋੜਿਆਂ ਦਾ ਦ੍ਰਿਸ਼ਟਾਂਤ ਹੈ। ਲੂਕਾ 19 ਅਧਿਆਏ 12 ਤੇ 13 ਵਚਨ ਅਸੀਂ ਪੜ੍ਹਦੇ ਹਾਂ। ਇਸ ਲਈ ਉਸ ਨੇ ਕਿਹਾ ਕਿ ਇੱਕ ਅਮੀਰ ਦੂਰ ਦੇਸ਼ ਨੂੰ ਗਿਆ ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ, ਅਤੇ ਉਸਨੇ ਆਪਣੇ 10 ਨੌਕਰਾਂ ਨੂੰ ਸੱਦ ਕੇ ਉਹਨਾਂ ਨੂੰ 10 ਅਸ਼ਰਫੀਆਂ ਦਿੱਤੀਆਂ ਅਤੇ ਉਹਨਾਂ ਨੂੰ ਕਿਹਾ, ਜਦ ਤੱਕ ਮੈਂ ਨਾ ਆਵਾਂ ਤੁਸੀਂ ਵਣਜ ਵਪਾਰ ਕਰੋ। ਮੱਤੀ 25 ਦੇ 14 ਵਚਨ ਕਹਿੰਦਾ ਹੈ, ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਹਨੇ ਪ੍ਰਦੇਸ਼ ਨੂੰ ਜਾਣ ਲੱਗਿਆ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਹਨਾਂ ਨੂੰ ਸੌਂਪਿਆ। ਹੁਣ ਇਹ ਉਹ ਹੈ ਜੋ ਪਰਮੇਸ਼ਰ ਨੇ ਸਾਡੇ ਲਈ ਕੀਤਾ ਹੈ। ਕੀ ਇਹ ਨਹੀਂ ਹੈ? ਪ੍ਰਭੂ ਨੇ ਸਾਨੂੰ ਇੱਕ ਸੇਵਕਾਈ ਦਿੱਤੀ ਹੈ ਅਤੇ ਉਹ ਸਵਰਗ ਵਾਪਸ ਚਲਾ ਗਿਆ ਹੈ। ਉਹ ਇੱਕ ਦੂਰ ਦੇਸ਼ ਚਲਾ ਗਿਆ ਹੈ। ਇੱਕ ਦਿਨ ਉਹ ਵਾਪਸ ਆ ਰਿਹਾ ਹੈ। ਕਿ ਮੈਨੂੰ
ਇੱਕ ਗਵਾਹ ਮਿਲ ਸਕਦਾ ਹੈ। ਉਹ ਇੱਕ ਦਿਨ ਵਾਪਸ ਆ ਰਿਹਾ ਹੈ ਅਤੇ ਅਸੀਂ ਸਾਰੇ ਜਣੇ ਉਸ ਨੂੰ ਹਿਸਾਬ ਦੇਵਾਂਗੇ ਕਿ ਅਸੀਂ ਉਸਦੇ ਵਰਦਾਨਾਂ ਦਾ ਕੀ ਕੀਤਾ ਹੈ ਅਤੇ ਜਿਸ ਤਰ੍ਹਾਂ ਅਸੀਂ ਉਸਦੇ ਵਰਦਾਨਾਂ ਦਾ ਇਸਤੇਮਾਲ ਕਰਦੇ ਹਾਂ, ਉਹ ਪਰਮੇਸ਼ਰ ਦੀ ਸੇਵਾ ਹੈ। ਉਹ ਦੂਜਿਆਂ ਦੀ ਸੇਵਾ ਕਰਨਾ ਅਤੇ ਸੇਵਕਾਈ ਵਿੱਚ ਸ਼ਾਮਲ ਹੋਣ ਦੇ ਜ਼ਰੀਏ ਹੈ। ਰੋਮੀਓ 14 ਅਧਿਆਏ 12 ਵਚਨ ਇਹ ਕਹਿੰਦਾ ਹੈ, ਸਾਡੇ ਵਿੱਚੋਂ ਹਰ ਕੋਈ ਪਰਮੇਸ਼ਰ ਨੂੰ ਹਿਸਾਬ ਦੇਵੇਗਾ ਇੱਕ ਦਿਨ ਉਹ ਸੇਵਾ ਲਈ ਜੋ ਅਸੀਂ ਕੀਤੀ ਹੈ ਅਤੇ ਹੋ ਸਕਦਾ ਹੈ ਨਾ ਕੀਤੀ ਹੋਵੇ। ਭਾਗ 5, ਪ੍ਰਭੂ ਦੀ ਮਨਜ਼ੂਰੀ ਨੂੰ ਆਪਣਾ ਮਕਸਦ ਬਣਾਉਣਾ। ਅਤੇ ਫਿਰ ਨੰਬਰ 5, ਸਾਨੂੰ ਪ੍ਰਭੂ ਦੀ ਮਨਜ਼ੂਰੀ ਨੂੰ ਮਕਸਦ ਬਣਾਉਣ ਦੀ ਜ਼ਰੂਰਤ ਹੈ। ਤੁਸੀਂ ਕਿਸ ਦੀ ਸੇਵਾ ਕਰਦੇ ਹੋ ਅਤੇ ਕਿਉਂ ਕਰਦੇ ਹੋ? ਤੁਸੀਂ ਕਿਸ ਦਾ ਸ਼ਾਬਾਸ਼ ਲੈਣ ਲਈ ਕੰਮ ਕਰਦੇ ਹੋ? ਤੁਸੀਂ ਕਿਸ ਦੀ ਤਲਾਸ਼ ਕਰਦੇ ਹੋ? ਜੋ ਤੁਹਾਨੂੰ ਕਹੇ, ਬਹੁਤ ਵਧੀਆ, ਠੀਕ ਹੈ, ਮੈਂ ਤੁਹਾਡੇ ਬਾਰੇ ਨਹੀਂ ਜਾਣਦਾ, ਪਰ ਮੈਂ ਇਹ ਸਭ ਪ੍ਰਭੂ ਤੋਂ ਸੁਣਨ ਦੀ ਲਾਲਸਾ ਕਰਦਾ ਹਾਂ। ਮੈਂ ਆਸ ਕਰਦਾ ਹਾਂ ਕਿ ਜਦੋਂ ਮੈਂ ਸਵਰਗ ਜਾਵਾਂਗਾ ਅਤੇ ਪ੍ਰਭੂ ਦੇ ਸਾਹਮਣੇ ਹੋਵਾਂਗਾ ਤਾਂ ਮੈਨੂੰ ਪਤਾ ਹੈ ਉਹ ਮੈਨੂੰ ਕਹੇਗਾ, ਸ਼ਾਬਾਸ਼, ਬਹੁਤ ਵਧੀਆ, ਇਹੋ ਹੀ ਤਾਂ ਮੈਂ ਚਾਹੁੰਦਾ ਹਾਂ, ਜੋ ਕਿ ਹਰ ਇੱਕ ਚੀਜ਼ ਦੀ ਕੀਮਤ ਅਦਾ ਕਰੋਗੇ। ਕੀ ਇਹ ਨਹੀਂ ਕਰੋਗੇ? ਮਹਿਮਾ ਦੇ ਪ੍ਰਭੂ ਨੂੰ ਪਾਉਣ ਵਾਸਤੇ ਹੈ, ਜੋ ਕਿ ਤੁਹਾਡੇ ਲਈ ਸਲੀਬ ਉੱਤੇ ਮਰਿਆ। ਇਹ ਕਹੋ, ਬਹੁਤ ਅੱਛਾ ਹੈ, ਤੁਸੀਂ ਇੱਕ ਚੰਗਾ ਕੰਮ ਕੀਤਾ ਹੈ। ਪਰਮੇਸ਼ਰ ਦੇ ਵਚਨ ਨੂੰ ਸੁਣੋ। ਮੱਤੀ 25 ਦੇ 21 ਅਤੇ 23 ਵਚਨ। ਉਹਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਤਵ ਚਾਕਰ, ਸ਼ਾਬਾਸ਼, ਤੂੰ ਥੋੜੇ ਜਿਹੇ ਵਿੱਚ ਮਤਵਤ ਨਿਕਲਿਆ ਹੈ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। 23 ਐਤ। ਉਹਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਮਤਵਰ ਚਾਕਰ, ਸ਼ਾਬਾਸ਼, ਤੂੰ ਥੋੜੇ ਜਿਹੇ ਵਿੱਚ ਮਤਵਰ ਨਿਕਲਿਆ ਹੈ, ਮੈਂ ਤੈਨੂੰ ਬਹੁਤ ਸਾਰੇ ਉੱਤੇ ਇਖਤਿਆਰ ਦਿਆਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਪਹਿਲਾ ਕਰੰਥੀਆਂ 15 ਅਧਿਆਏ 58 ਵਚਨ ਕਹਿੰਦਾ ਹੈ, ਸੋ ਹੇ ਮੇਰੇ ਪਿਆਰੋ, ਤੁਸੀਂ ਅਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮ ਵਿੱਚ ਸਦਾ ਵਧਦੇ ਜਾਓ, ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ। ਇਬਰਾਨੀਆਂ 6 ਅਧਿਆਏ 10 ਵਚਨ। ਕਿਉਂ ਜੋ ਪਰਮੇਸ਼ਵਰ ਕਿਨਾਈ ਨਹੀਂ, ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਏ ਜਿਹੜਾ ਤੁਸੀਂ ਉਹਦੇ ਨਾਲ ਵਿਖਾਇਆ। ਭਾਈ ਤੁਸੀਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਵੀ ਹੋ। ਯਹੂਨਾ 12 ਅਧਿਆਏ 26 ਵਚਨ। ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ, ਔਰ ਜਿੱਥੇ ਮੈਂ ਹਾਂ ਮੇਰਾ ਸੇਵਕ ਵੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹਦਾ ਆਦਰ ਕਰੇਗਾ। ਕੀ ਇਹ ਮਹਾਨ ਵਿਚਾਰ ਹੈ? ਅਗਰ ਤੁਸੀਂ ਪ੍ਰਭੂ ਦੀ ਸੇਵਾ ਕਰਦੇ ਹੋ ਤਾਂ ਪਿਤਾ ਤੁਹਾਨੂੰ ਆਦਰ ਦੇਵੇਗਾ। ਕਿ ਤੁਸੀਂ ਅਜਿਹੇ ਆਦਰ ਬਾਰੇ ਸੋਚ ਸਕਦੇ ਹੋ ਜੋ ਸਰਬ ਸ਼ਕਤੀਮਾਨ ਤੋਂ ਬਜਾਏ ਹੋਵੇ? ਅਤੇ ਫਿਰ ਮੇਰੀਆਂ 2 ਜ਼ਿੰਦਗੀਆਂ ਦੀਆਂ ਆਇਤਾਂ ਕੁਲਸੀਆਂ ਦੀ ਕਿਤਾਬ ਵਿੱਚ, ਕੁਲਸੀਆਂ 3 ਅਧਿਆਏ 23 ਤੋਂ 25 ਵਚਨ ਤੱਕ, ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਕਰੋ, ਪ੍ਰਭੂ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ, ਕਿਉਂਕਿ ਤੁਸੀਂ ਜਾਣਦੇ ਹੋ ਭਾਈ ਤੁਹਾਨੂੰ ਪ੍ਰਭੂ ਤੋਂ ਅਧਿਕਾਰ ਦਾ ਫਲ ਮਿਲੇਗਾ। ਤੁਸੀਂ ਮਸੀਹ ਪ੍ਰਭੂ ਦੀ ਸੇਵਾ ਕਰਦੇ ਹੋ। ਮੈਂ ਤੁਹਾਨੂੰ ਦੱਸਦਾ ਹਾਂ ਦੋਸਤੋ, ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਕਿ ਕੀਮਤੀ ਹਨ, ਪਰ ਇਸ ਤੋਂ ਵੱਧ ਕੇ ਕੋਈ ਕੀਮਤੀ ਚੀਜ਼ ਨਹੀਂ ਕਿ ਤੁਸੀਂ ਆਪਣੀ ਦਿਲ ਦੀ ਗਹਿਰਾਈ ਵਿੱਚ ਇਹ ਜਾਣ ਸਕੋ ਕਿ ਮੈਂ ਪ੍ਰਭੂ ਦੀ ਸੇਵਾ ਕਰ ਰਿਹਾ ਹਾਂ। ਮੈਂ ਪੂਰੇ ਦਿਲ ਨਾਲ ਪ੍ਰਭੂ ਦੀ ਸੇਵਾ ਕਰ ਰਿਹਾ ਹਾਂ। ਮੈਂ ਤੁਹਾਨੂੰ ਦੱਸਦਾ ਹਾਂ, ਪਤਾ ਨਹੀਂ ਪਿਛਲੇ ਐਤਵਾਰ ਤੁਹਾਡੇ ਵਿੱਚੋਂ ਕਿੰਨੇ ਜਣੇ ਇੱਥੇ ਸਨ, ਪਰ ਇਹ ਬਹੁਤ ਹੀ ਵਧੀਆ ਦਿਨ ਸੀ। ਸਾਰਾ ਦਿਨ ਮੈਂ ਬਹੁਤ ਸਾਰੇ ਕੰਮਾਂ ਵਿੱਚ ਰੁੱਝਿਆ ਰਿਹਾ। ਜਦੋਂ ਮੈਂ ਐਤਵਾਰ ਰਾਤ ਘਰ ਪਹੁੰਚਿਆ ਉਦੋਂ ਮੈਂ ਥੱਕਿਆ ਹੋਇਆ ਸੀ, ਪਰ ਮੈਨੂੰ ਯਾਦ ਹੈ ਕਿ ਮੈਂ ਆਪਣੀ ਪਤਨੀ ਨੂੰ ਘਰ ਆਉਂਦੇ ਸਮੇਂ ਰਾਸਤੇ ਵਿੱਚ ਕਹਿ ਰਿਹਾ ਸੀ, ਪਿਆਰੀ, ਸੰਸਾਰ ਵਿੱਚ ਇਹ ਸਭ ਤੋਂ ਵਧੀਆ ਅਹਿਸਾਸ ਹੈ ਕਿ ਤੁਸੀਂ ਪੂਰੇ ਥੱਕ ਜਾਓ, ਆਪਣਾ ਪੂਰਾ ਦਿਨ ਪ੍ਰਭੂ ਦੀ ਸੇਵਾ ਕਰਦੇ ਕਰਦੇ ਬਿਤਾ ਕੇ। ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਕਦੇ ਇਸ ਤਰ੍ਹਾਂ ਕੀਤਾ ਹੈ। ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਿਹਾ ਹਾਂ। ਪਾਸਟਰ ਜਾਣਦੇ ਹਨ ਕਿ ਮੈਂ ਕੀ ਕਹਿੰਦਾ ਹਾਂ ਔਰ ਕਿਹਦੇ ਬਾਰੇ ਗੱਲ ਕਰ ਰਿਹਾ ਹਾਂ। ਐਤਵਾਰ ਰਾਤ ਨੂੰ ਜਦੋਂ ਤੁਸੀਂ ਘਰ ਜਾਂਦੇ ਹੋ ਤਾਂ ਥੱਕ ਕੇ ਤੁਹਾਡੀ ਜੀਭ ਬਾਹਰ ਨਿਕਲੀ ਹੁੰਦੀ ਹੈ, ਪਰ ਤੁਹਾਡੇ ਦਿਲ ਦੇ ਅੰਦਰ ਤੁਸੀਂ ਬਹੁਤ ਹੀ ਆਨੰਦ ਨਾਲ ਭਰੇ ਹੁੰਦੇ ਹੋ, ਕਿਉਂਕਿ ਤੁਸੀਂ ਸਾਰਾ ਦਿਨ ਰਾਜਿਆਂ ਦੇ ਰਾਜੇ ਦੀ ਸੇਵਾ ਵਿੱਚ ਬਿਤਾਇਆ ਹੈ। ਇਹ ਸਾਡੇ ਸਾਰਿਆਂ ਦੇ ਬਾਰੇ ਸੱਚ ਹੋਣਾ ਚਾਹੀਦਾ ਸੀ। ਕੋਈ ਮਾਇਨਾ ਨਹੀਂ ਰੱਖਦਾ ਕਿ ਅਸੀਂ ਕੀ ਕੰਮ ਕਰਦੇ ਹਾਂ। ਆਮੀਨ। ਕਿ ਇਹ ਹੀ ਸਭ ਕੁਝ ਨਹੀਂ? ਪ੍ਰਭੂ ਦੀ ਮਨਜ਼ੂਰੀ ਕੀ ਹੈ? ਇਹ ਸਭ ਕੁਝ ਨਹੀਂ। ਪ੍ਰਭੂ ਦੀ ਮਨਜ਼ੂਰੀ ਲੈਣ ਲਈ ਠੀਕ ਹੈ। ਮੈਂ ਤੁਹਾਨੂੰ ਇਸ ਆਖਰੀ ਤਸਵੀਰ ਦੇ ਨਾਲ ਬੰਦ ਕਰਾਂਗਾ ਜੋ ਕਿ ਤੁਸੀਂ ਕਦੀ ਨਹੀਂ ਭੁੱਲੋਗੇ। 6ਵੀਂ ਗੱਲ, ਪ੍ਰਭੂ ਦੀ ਮਨੋਬ੍ਰਿਤੀ ਨੂੰ ਗ੍ਰਹਿਣ ਕਰਨਾ। ਅਸੀਂ ਗੱਲ ਕਰ ਚੁੱਕੇ ਹਾਂ ਪ੍ਰਭੂ ਦੇ ਹਜ਼ੂਰ ਆਪਣੀ ਮੌਜੂਦਗੀ ਨੂੰ ਤੈਅ ਕਰਨ ਬਾਰੇ, ਆਪਣੀ ਕਾਬਲੀਅਤ ਜਾਣਨ ਬਾਰੇ, ਆਪਣੇ ਸੌਂਪੇ ਹੋਏ ਕੰਮ ਸਵੀਕਾਰ ਕਰਨ ਬਾਰੇ, ਆਪਣੀ ਜ਼ਿੰਮੇਵਾਰੀ ਸਮਝਣ ਬਾਰੇ ਅਤੇ ਪ੍ਰਭੂ ਦੀ ਮਨਜ਼ੂਰੀ ਨੂੰ ਮਕਸਦ ਬਣਾਉਣਾ।
ਹੁਣ ਸਾਰਿਆਂ ਤੋਂ ਮਹੱਤਵਪੂਰਨ ਸਬਕ ਹੈ ਪ੍ਰਭੂ ਦੀ ਮਨੋਬ੍ਰਿਤੀ ਨੂੰ ਗ੍ਰਹਿਣ ਕਰਨਾ। ਠੀਕ ਇੱਥੇ ਨਿਰਦੇਸ਼ ਕੀ ਹੈ? ਇਹ ਸੱਚਮੁੱਚ ਸਪਸ਼ਟ ਹੈ। ਫਿਲਪੀਆ 2:5 ਤੋਂ ਲੈ ਕੇ 8 ਤੱਕ। ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਸੂ ਦਾ ਵੀ ਸੀ, ਕਿ ਉਸਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁਲ ਹੋਣ ਕਬਜ਼ੇ ਰੱਖਣ ਦੀ ਗੱਲ ਨਾ ਜਾਣਿਆ, ਸਗੋਂ ਉਸਨੇ ਆਪਣੇ ਆਪ ਨੂੰ ਸੁਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਦਾਸ ਦੀ ਮਨੋਬ੍ਰਿਤੀ ਕੀ ਹੁੰਦੀ ਹੈ? ਇਹ ਉਸ ਪ੍ਰਭੂ ਦੀ ਮਨੋਬ੍ਰਿਤੀ ਹੈ ਜਿਸ ਨੇ ਸਵਰਗ ਛੱਡਿਆ, ਜਿਸ ਨੇ ਮਹਿਮਾ ਛੱਡੀ ਅਤੇ ਹੇਠਾਂ ਉਤਰ ਆਇਆ ਅਤੇ ਸਾਡੇ ਜਿਹਾ ਇੱਕ ਇਨਸਾਨ ਬਣ ਗਿਆ, ਸਲੀਬ ਉੱਤੇ ਮਾਰਿਆ ਗਿਆ। ਉਸ ਕੋਲ ਇੱਕ ਦਾਸ ਵਾਲਾ ਮਨ ਸੀ। ਹੁਣ ਅੰਜੀਲ ਵਿੱਚ ਇੱਕ ਕਹਾਣੀ ਹੈ ਅਤੇ ਮੈਂ ਤੁਹਾਨੂੰ ਇਸ ਕਹਾਣੀ ਤੋਂ ਬਿਨਾਂ ਨਹੀਂ ਛੱਡ ਸਕਦਾ, ਕਿਉਂਕਿ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਸ ਦੀ ਇਹ ਮੁੱਖ ਕਹਾਣੀ ਹੈ। ਇਹ ਘਟਨਾ ਉਸ ਰਾਤ ਹੋਈ ਜਦੋਂ ਯਿਸੂ ਮਸੀਹ ਕਰੂਸ ਉੱਤੇ ਚੜਾਇਆ ਜਾਣ ਵਾਲਾ ਸੀ ਅਤੇ ਯਿਸੂ ਜਾਣਦਾ ਸੀ ਕਿ ਉਸ ਦੇ ਨਾਲ ਕੀ ਹੋਣ ਵਾਲਾ ਸੀ। ਉਹ ਇਸ ਬਾਰੇ ਮਹੀਨਿਆਂ ਤੋਂ ਦੱਸਦਾ ਆ ਰਿਹਾ ਸੀ, ਪਰ ਤੁਸੀਂ ਜਾਣਦੇ ਹੋ ਕਿ ਚੇਲੇ ਇਸ ਬਾਰੇ ਚੰਗੀ ਸਮਝ ਰੱਖਣ ਵਾਲੇ ਨਹੀਂ ਸਨ। ਕੀ ਤੁਹਾਨੂੰ ਇਸ ਬਾਰੇ ਪਤਾ ਹੈ? ਉਹ ਸਿੱਖਣ ਵਿੱਚ ਧੀਮੇ ਸਨ, ਉਹਨਾਂ ਨੂੰ ਇਸ ਦੀ ਸਮਝ ਨਹੀਂ ਆਈ ਅਤੇ ਉਸ ਰਾਤ ਉੱਪਰ ਕੋਠੜੀ ਵਿੱਚ ਪੱਸਾ ਮਨਾਉਣ ਵਾਸਤੇ ਇਕੱਠੇ ਹੋਏ ਸਨ। ਅਤੇ ਜਦੋਂ ਸਾਰੇ ਚੇਲੇ ਇਸ ਪਵਿੱਤਰ ਤਿਉਹਾਰ ਤੇ ਯਿਸੂ ਨਾਲ ਇਕੱਠੇ ਸਨ ਤਾਂ ਇੱਕ ਚਰਚਾ ਛਿੜ ਪਈ ਅਤੇ ਇਹ ਚਰਚਾ ਆਗੂਪਨ ਤੇ ਸੀ। ਚੇਲੇ ਇਸ ਗੱਲ ਉੱਤੇ ਚਰਚਾ ਕਰਨ ਲੱਗੇ ਕਿ ਸਾਰਿਆਂ ਵਿੱਚ ਮਹਾਨ ਕੌਣ ਸੀ। 3 ਸਾਲ ਦੀ ਦੀਨਤਾ ਅਤੇ ਸਹਿਭਾਵ ਵਾਲਾ ਮਹਾਨ ਉਦਾਹਰਨ ਦੇ ਨਾਲ ਬਿਤਾ ਕੇ ਵੀ ਇੱਥੇ 12 ਚੇਲੇ ਸਨ ਜੋ ਕਿ ਬਹਿਸ ਕਰ ਰਹੇ ਸਨ ਕਿ ਉਹਨਾਂ ਵਿੱਚੋਂ ਮਹਾਨ ਕੌਣ ਹੈ। ਆਪਣੀ ਇੱਕ ਦੂਜੇ ਨਾਲ ਤੁਲਨਾ ਕਰ ਰਹੇ ਸਨ। ਇਹ ਵੇਖਣ ਵਾਲਾ ਸੀ ਇਤਿਹਾਸ ਵਿੱਚ ਉਸ ਸਮੇਂ ਜਦੋਂ ਯਿਸੂ ਮਸੀਹ ਉਸ ਦੇਸ਼ ਵਿੱਚ ਸੀ ਤਾਂ ਉਹਨਾਂ ਦੀ ਸੱਭਿਅਤਾ ਇੱਕ ਰਿਵਾਜ ਸੀ ਕਿ ਜਦੋਂ ਕੋਈ ਮਹਿਮਾਨ ਤੁਹਾਡੇ ਘਰ ਖਾਣਾ ਖਾਣ ਆਉਂਦਾ ਤਾਂ ਤੁਹਾਡੇ ਦਾਸਾਂ ਵਿੱਚੋਂ ਕੋਈ ਜਾ ਕੇ ਉਹਦੇ ਪੈਰ ਧੋਵੇਗਾ। ਪਰਮੇਸ਼ਰ ਦੇ ਤੁਲ ਹੋਣਾ ਕਬਜ਼ੇ ਰੱਖਣ ਦੀ ਗੱਲ ਨਾ ਜਾਣਿਆ, ਸਗੋਂ ਉਸਨੇ ਆਪਣੇ ਆਪ ਨੂੰ ਸੁਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖਾਂ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤੱਕ ਆਗਿਆਕਾਰ ਬਣਿਆ। ਕੀ ਅਸੀਂ ਦਾਸ ਹਾਂ? ਤੁਸੀਂ ਜਾਣਦੇ ਹੋ, ਮੈਂ ਤੁਹਾਨੂੰ ਦੱਸਦਾ ਹਾਂ ਕਿ ਅਸੀਂ ਇੱਕ ਅਜਿਹੇ ਸਮੇਂ ਵਿੱਚ ਰਹਿ ਰਹੇ ਹਾਂ ਜਿੱਥੇ ਹਰ ਕੋਈ ਇਹ ਸਭ ਕੁਝ ਕਰ ਰਿਹਾ ਹੈ। ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ ਅਸੀਂ ਪਰਮੇਸ਼ਰ ਨੂੰ ਪਹਿਲ ਦਿੰਦੇ ਹਾਂ। ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ ਅਸੀਂ ਪਰਮੇਸ਼ਰ ਦੇ ਵਾਅਦੇ ਨੂੰ ਪੂਰਾ ਕਰਦੇ ਹਾਂ। ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ ਅਸੀਂ ਪਰਮੇਸ਼ਰ ਦੇ ਪ੍ਰਬੰਧ ਦਾ ਲਾਭ ਉਠਾਉਂਦੇ ਹਾਂ। ਵਿਅਕਤੀਗਤ ਬਰਕਤਾਂ, ਭੌਤਿਕ ਬਰਕਤਾਂ, ਆਤਮਿਕ ਬਰਕਤਾਂ। ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ ਅਸੀਂ ਪਰਮੇਸ਼ਰ ਦੇ ਨਾਂ ਨੂੰ ਮਹਿਮਾ ਦਿੰਦੇ ਹਾਂ। ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਦੇ ਹਾਂ। ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ ਅਸੀਂ ਭਲਾਈ ਦਾ ਅਭਿਆਸ ਕਰਦੇ ਹਾਂ। ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ ਅਸੀਂ ਪਰਮੇਸ਼ਰ ਦੇ ਕੰਮ ਵਿੱਚ ਭਾਗ ਲੈਂਦੇ ਹਾਂ। ਬਾਈਬਲ ਵਿੱਚੋਂ 40 ਸਾਲ ਦੀ ਸਿੱਖਿਆ ਅਤੇ ਪ੍ਰਚਾਰ ਦੇ ਜ਼ਰੀਏ ਮੈਂ ਕੁਝ ਗੱਲਾਂ ਖੋਜੀਆਂ ਹਨ ਅਤੇ ਉਹਨਾਂ ਵਿੱਚੋਂ ਕੁਝ ਇਸ ਸਵੇਰ ਦੇ ਸਮੇਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਤੁਸੀਂ ਜਾਣਦੇ ਹੋ, ਜਦੋਂ ਕਦੇ ਵੀ ਮੈਂ ਸਮੇਂ ਦੇ ਭੰਡਾਰੀਪਨ ਬਾਰੇ ਵਿਚਾਰ ਕਰਦਾ ਹਾਂ ਤਾਂ ਅਕਸਰ ਲੋਕ ਮੇਰੇ ਕੋਲ ਆਉਂਦੇ ਹਨ ਅਤੇ ਮੈਨੂੰ ਦੱਸਦੇ ਹਨ ਕਿ ਇਹ ਉਹਨਾਂ ਲਈ ਕਾਫੀ ਮਦਦਗਾਰ ਸੀ ਅਤੇ ਉਹ ਆਪਣੀ ਸਮੇਂ ਸ਼੍ਰੇਣੀ ਨੂੰ ਧਿਆਨ ਨਾਲ ਵੇਖਣਾ ਸ਼ੁਰੂ ਕਰਦੇ ਹਨ। ਉਹ ਆਪਣਾ ਜ਼ਿਆਦਾ ਸਮੇਂ ਇਸਤੇਮਾਲ ਕਰਦੇ ਹਨ ਅਤੇ ਘਰ ਵਿੱਚ ਬਿਤਾਉਂਦੇ ਹਨ। ਜਦੋਂ ਮੈਂ ਤੋੜਿਆਂ ਦੇ ਭੰਡਾਰੀਪਨ ਦੇ ਸੰਦੇਸ਼ ਦਿੰਦਾ ਹਾਂ, ਜਿਵੇਂ ਕਿ ਆਤਮਾ ਦੇ ਵਰਦਾਨ, ਲੋਕ ਤਲਾਸ਼ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਉਹਨਾਂ ਦੇ ਵਰਦਾਨ ਕੀ ਹਨ ਅਤੇ ਉਹਨਾਂ ਦੀ ਕਾਬਲੀਅਤ ਕੀ ਹੈ। ਉਹ ਕਲੀਸਿਆ ਦੇ ਕੰਮਾਂ ਵਿੱਚ ਭਾਗੀਦਾਰ ਬਣਦੇ ਹਨ ਅਤੇ ਮੈਨੂੰ ਆ ਕੇ ਦੱਸਦੇ ਹਨ ਕਿ ਪ੍ਰਭੂ ਦੀ ਸੇਵਾ ਕਰਨਾ ਕਿੰਨਾ ਆਨੰਦ ਦੀ ਗੱਲ ਹੈ। ਪਰ ਜਦੋਂ ਮੈਂ ਸਾਡੇ ਪੈਸੇ ਦੇ ਭੰਡਾਰੀਪਨ ਬਾਰੇ ਪ੍ਰਚਾਰ ਕਰਦਾ ਹਾਂ ਤਾਂ ਦੱਸਿਆ ਗਿਆ ਹੈ ਇਹਨਾਂ ਦੋਵਾਂ ਗੱਲਾਂ ਤੋਂ ਵੀ ਵੱਧ ਹੁੰਦਾ ਹੈ। ਲੋਕਾਂ ਦੇ ਜੀਵਨ ਬਦਲ ਜਾਂਦੇ ਹਨ, ਨਾ ਸਿਰਫ ਉਹਨਾਂ ਦਾ ਟਾਈਮ ਅਤੇ ਵਰਦਾਨ ਬਲਕਿ ਉਹਨਾਂ ਦੀਆਂ ਪੂਰੀਆਂ ਜ਼ਿੰਦਗੀਆਂ। ਮੈਂ ਇਸ ਗੱਲ ਤੋਂ ਹੈਰਾਨ ਹੁੰਦਾ ਹਾਂ ਅਤੇ ਇੱਕ ਜਵਾਨ ਪਾਸਟਰ ਹੁੰਦੇ ਹੋਏ ਇਸ ਗੱਲ ਦੀ ਅਵਿਸ਼ਵਾਸਨੀ ਖੋਜ ਦੁਆਰਾ ਇਸ ਗੱਲ ਨੂੰ ਸਮਝਦੇ ਹੋਏ ਕਿ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਾਣਦੇ ਹਨ ਅਤੇ ਆਪਣੇ ਪੈਸੇ ਕਮਾਉਣ ਦੇ ਸਾਧਨਾਂ ਨੂੰ ਜਾਣਦੇ ਹੋਏ ਵੀ ਉਹ ਇਹ ਕਰਦੇ ਹਨ। ਇੱਕ ਅਜਿਹਾ ਝੁਕਾਅ ਜਿਹਾ ਬਣਿਆ ਪਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹਨਾਂ ਸਾਰੀਆਂ ਗੱਲਾਂ ਵਿੱਚ ਕੀ ਉਹ ਆਪਣੀ ਆਰਥਿਕ ਜ਼ਿੰਦਗੀ ਨੂੰ ਸਹੀ ਚਲਾ ਸਕਣ? ਤੁਸੀਂ ਕਹੋਗੇ ਠੀਕ ਹੈ,
ਡਾਕਟਰ ਜ਼ਰਮੀਆ, ਇਸ ਤਰ੍ਹਾਂ ਹੀ ਕਿਉਂ ਹੈ? ਅਜਿਹਾ ਕਿਉਂ ਹੁੰਦਾ ਹੈ? ਮੈਂ ਸੋਚਦਾ ਹਾਂ ਕਿ ਇਸ ਦਾ ਕਾਰਨ ਪੈਸੇ ਦਾ ਸੁਆਦ ਦੇ ਅੰਦਰ ਹੀ ਲਪੇਟਿਆ ਹੋਇਆ ਹੈ। ਅੱਜ ਦੀ ਸਾਡੀ ਸਭਿਅਤਾ ਵਿੱਚ ਤੁਹਾਡੇ ਲਈ ਪੈਸਾ ਸਾਡੀ ਜ਼ਿੰਦਗੀ ਦੀ ਊਰਜਾ ਅਤੇ ਜ਼ਿੰਦਗੀ ਦੀਆਂ ਤਮਾਮ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਸਥਾਨ ਤੋਂ ਵੱਧ ਕੇ ਕੁਝ ਨਹੀਂ ਹੈ। ਜੇ ਮੈਂ ਤੁਹਾਨੂੰ ਇਸ ਬਾਰੇ ਨਹੀਂ ਸਿਖਾਉਂਦਾ ਤਾਂ ਮੈਂ ਤੁਹਾਡੀ ਬਰਕਤ ਖੋਹਦਾ ਹਾਂ। ਉਹ ਬਰਕਤ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਪਾਈ ਹੈ, ਕਿ ਉਹ ਸਭ ਤੋਂ ਵੱਡੀ ਬਰਕਤ ਹੈ ਜਿਹੜੀ ਤੁਹਾਨੂੰ ਕਦੇ ਨਹੀਂ ਮਿਲੀ ਹੋਵੇਗੀ। ਇਸ ਗੱਲ ਨੂੰ ਜਾਣ ਲੈਣਾ ਕਿ ਤੁਸੀਂ ਪੂਰੀ ਦੁਨੀਆ ਵਿੱਚ ਚੱਲ ਰਹੇ ਹੋ, ਪਰਮੇਸ਼ਰ ਦੇ ਰਾਜ ਦੀ ਸੇਵਾ ਵਿੱਚ ਭਾਗੀਦਾਰ ਹੁੰਦੇ ਹੋ। ਸੋ ਮੈਂ ਗਹਿਰਾਈ ਨਾਲ ਇਸ ਸੱਚਾਈ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਕਿਵੇਂ ਪਰਮੇਸ਼ਰ ਵੱਲੋਂ ਸੌਂਪੀਆਂ ਚੀਜ਼ਾਂ ਦੇ ਚੰਗੇ ਭੰਡਾਰੀ ਹੋ ਸਕਦੇ ਹਾਂ। ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਹਾਂ, ਜੇਕਰ ਤੁਸੀਂ ਪਰਮੇਸ਼ਰ ਹੁੰਦੇ ਅਤੇ ਤੁਸੀਂ ਆਪਣੇ ਕੰਮ ਨੂੰ ਆਰਥਿਕਤਾ ਦੀ ਦੇਣ ਦੀ ਕੋਸ਼ਿਸ਼ ਕਰਦੇ ਤਾਂ ਤੁਸੀਂ ਇਸ ਲਈ ਕੀ ਕਰਦੇ? ਮੈਂ ਨਹੀਂ ਸੋਚਦਾ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦਾ ਸਵਾਲ ਪੁੱਛਦੇ ਹਨ। ਜੇ ਉਹ ਇਸ ਤਰ੍ਹਾਂ ਕਰਨ ਵੀ, ਉਹ ਬਾਈਬਲ ਲੈਂਦੇ ਹਨ ਅਤੇ ਤਲਾਸ਼ ਕਰਦੇ ਹਨ ਕਿ ਪਰਮੇਸ਼ਰ ਨੇ ਕੀ ਕੀਤਾ ਹੈ। ਪੁਰਾਣੇ ਨੇਮ ਵਿੱਚ ਤੁਹਾਨੂੰ ਪਤਾ ਹੈ ਕਿ ਪਰਮੇਸ਼ਰ ਨੇ ਕੀ ਕੀਤਾ। ਉਸ ਨੇ ਇਸ ਗੱਲ ਨੂੰ ਤੈਅ ਕੀਤਾ ਕਿ ਉਸ ਦੇ ਲੋਕ ਜੋ ਇਸਰਾਏਲੀ ਹਨ, ਜੋ ਪੁਰਾਣੇ ਨੇਮ ਵਿੱਚ ਉਸ ਦੇ ਰਾਜ ਦੇ ਸਨ, ਉਹਨਾਂ ਨੂੰ ਪਰਮੇਸ਼ਰ ਦੀ ਹਰ ਇੱਕ ਬਰਕਤ ਦਾ ਪਹਿਲਾ 10ਵਾਂ ਹਿੱਸਾ ਦੇਣ ਲਈ ਕਿਹਾ ਗਿਆ ਸੀ। ਗਵਾਹੀ ਦੇ ਤੌਰ ਤੇ ਲੇਵੀਆਂ ਦੀ ਕਿਤਾਬ 27 ਬਾਬ ਦੇਖੋ, 27 ਦੇ 30 ਵਚਨ, ਅਤੇ ਧਰਤੀ ਦਾ ਸਾਰਾ ਦਸ਼ਵਾਂਤ, ਭਾਵੇਂ ਧਰਤੀ ਦਾ ਬੀਜ ਦਾ, ਭਾਵੇਂ ਬ੍ਰਿਸ਼ਾਂ ਦੇ ਫਲਾਂ ਦਾ ਹੋਵੇ, ਸੋ ਯਹੋਵਾ ਦਾ ਹੈ, ਇਹ ਯਹੋਵਾ ਦੇ ਅੱਗੇ ਪਵਿੱਤਰ ਹੋਵੇਗਾ। ਹੁਣ ਤੁਸੀਂ ਜਾਣਦੇ ਹੋ, ਦਸ਼ਵਾਂਤ ਸ਼ਬਦਾਂ ਦਾ ਮਤਲਬ 10ਵਾਂ ਹਿੱਸਾ ਹੈ। ਕਿਸੇ ਨੂੰ ਕਦੇ ਵੀ ਇਹ ਨਾ ਕਹੋ ਕਿ ਤੁਸੀਂ ਦਸ਼ਵਾਂਤ ਦਾ 5ਵਾਂ ਹਿੱਸਾ ਦਿੰਦੇ ਹੋ, ਕਿਉਂਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ। ਦਸ਼ਵਾਂਤ ਦਾ 5ਵਾਂ ਹਿੱਸਾ ਦੇਣਾ ਤਾਂ ਉਲਟੀ ਗੱਲ ਹੈ। ਦਸ਼ਵਾਂਤ ਦਾ 5ਵਾਂ ਤਾਂ ਅਸੰਭਵ ਹੈ, ਕਿਉਂਕਿ ਤੁਸੀਂ ਕਹੋਗੇ ਕਿ ਮੈਂ ਦਸ਼ਵਾਂਤ ਦਾ 5ਵਾਂ ਹਿੱਸਾ ਦਿੰਦਾ ਹਾਂ। ਦਸ਼ਵਾਂਤ ਦਾ ਮਤਲਬ ਹੈ 10ਵਾਂ ਹਿੱਸਾ। ਅਤੇ ਪੁਰਾਣੇ ਨੇਮ ਵਿੱਚ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਉਹਨਾਂ ਦੇ ਇੱਜ਼ਤ ਦਾ 10ਵਾਂ ਹਿੱਸਾ, ਉਹਨਾਂ ਦੇ ਅਨਾਜ ਦਾ 10ਵਾਂ ਹਿੱਸਾ ਅਤੇ ਜੋ ਕੁਝ ਵੀ ਉਹ ਉਗਾਉਂਦੇ ਹਨ ਉਸ ਦਾ 10ਵਾਂ ਹਿੱਸਾ, ਕਿਉਂਕਿ ਇਹ ਇੱਕ ਖੇਤੀਬਾੜੀ ਕਰਨ ਵਾਲਾ ਸਮਾਜ ਸੀ ਅਤੇ ਉਹਨਾਂ ਨੇ ਇਹ ਪ੍ਰਭੂ ਨੂੰ ਦਿੱਤਾ। ਇਸ ਤੋਂ ਬਾਅਦ ਅਸੀਂ ਭਵਿਸ਼ਯਵਾਣੀ ਦੀ ਪੁਸਤਕ ਵਿੱਚ ਪੜ੍ਹਦੇ ਹਾਂ ਕਿ ਇੱਕ ਦੂਸਰਾ ਦਸ਼ਵਾਂਤ ਸੀ ਜਿਹੜਾ ਉਹਨਾਂ ਨੇ ਦਿੱਤਾ। ਇਸ ਤੋਂ ਅਸੀਂ ਦੇਖਦੇ ਹਾਂ ਕਿ ਹਰ ਤੀਜੇ ਸਾਲ ਉਹ ਇੱਕ ਹੋਰ ਦਸ਼ਵਾਂਤ ਦਿੰਦੇ ਸਨ। ਪੁਰਾਣੇ ਨੇਮ ਵਿੱਚ ਯਹੂਦੀ ਲੋਕ ਅਸਲ ਵਿੱਚ 23% ਹਿੱਸਾ ਪਰਮੇਸ਼ਰ ਨੂੰ ਦਿੰਦੇ ਸਨ। ਹੁਣ ਇਸ ਤੋਂ ਪਹਿਲਾਂ ਕਿ ਤੁਸੀਂ ਇਹ ਸੋਚੋ ਕਿ ਇਹ ਤਾਂ ਬੇਤੁਕਾ ਅਤੇ ਉਲਟ ਹੈ, ਤੁਹਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਪੁਰਾਣੇ ਨੇਮ ਵਿੱਚ ਸੂਬਿਆਂ ਦੇ ਸਮਾਜਿਕ ਜਾਂ ਚੰਗੀ ਮੌਤ ਆਦਿ ਕੋਈ ਟੈਕਸ ਨਹੀਂ ਸੀ। ਉਹਨਾਂ ਦੇ ਸਾਰੇ ਰਾਸ਼ਟਰੀ ਅਤੇ ਧਾਰਮਿਕ ਕੰਮ ਇੱਕੋ ਹੀ ਥਾਂ ਤੇ ਹੁੰਦੇ ਸਨ ਅਤੇ ਇਹੋ ਹੀ ਉਹਨਾਂ ਦਾ ਧਾਰਮਿਕ, ਆਤਮਿਕ ਅਤੇ ਰਾਸ਼ਟਰੀ ਜੀਵਨ ਬਾਰੇ ਦਰਸਾਉਂਦਾ ਸੀ। ਜਦੋਂ ਅਸੀਂ ਨਵੇਂ ਨੇਮ ਵਿੱਚ ਵੇਖਦੇ ਹੋ ਤਾਂ ਸਾਨੂੰ ਕਿਹਾ ਗਿਆ ਹੈ ਕਿ ਅਸੀਂ ਉਸੇ ਤਰ੍ਹਾਂ ਦੇਣਾ ਹੈ ਜਿਵੇਂ ਪਰਮੇਸ਼ਰ ਸਾਨੂੰ ਬਰਕਤ ਦਿੰਦਾ ਹੈ। ਨਵੇਂ ਨੇਮ ਵਿੱਚ ਅਸੀਂ ਸਿੱਖਦੇ ਹਾਂ ਕਿ ਨਵੇਂ ਨੇਮ ਦੀ ਸ਼ੁਰੂਆਤੀ ਦੌਰ ਵਿੱਚ ਵੀ ਪਰਮੇਸ਼ਰ ਨੂੰ ਲੋਕ ਆਪਣੀ ਕਮਾਈ ਦਾ 10ਵਾਂ ਹਿੱਸਾ ਦੇ ਰਹੇ ਸੀ। ਪਿਛਲੇ ਕਈ ਸਾਲਾਂ ਤੋਂ ਅਸੀਂ ਇਸ ਦੀ ਖੋਜ ਕੀਤੀ ਹੈ। ਇਹੋ ਹੀ ਉਹ ਚੰਗੀ ਜਗ੍ਹਾ ਹੈ ਜਿੱਥੇ ਅਸੀਂ ਦੇਣਾ ਸ਼ੁਰੂ ਕਰ ਸਕਦੇ ਹਾਂ ਅਤੇ ਸਾਡੇ ਵਿੱਚੋਂ ਬਹੁਤ ਸਾਰੇ ਉਹਨਾਂ ਘਰਾਂ ਵਿੱਚੋਂ ਵੱਡੇ ਹੋਏ ਹਨ ਜਿੱਥੇ ਇਹ ਅਭਿਆਸ ਕੀਤਾ ਜਾਂਦਾ ਹੈ। ਇਸ ਤਰ੍ਹਾਂ ਮੇਰੇ ਘਰ ਵਿੱਚ ਕੀਤਾ ਜਾਂਦਾ ਸੀ। ਇੱਕ ਬੱਚਾ ਹੁੰਦੇ ਹੋਏ ਮੈਂ ਆਪਣੀ ਮਾਂ ਨੂੰ ਹਰ ਸ਼ਨੀਵਾਰ ਦੀ ਰਾਤ ਲਿਫਾਫੇ ਵਿੱਚ ਦਸ਼ਵਾਂਸ਼ ਪਾਉਂਦੇ ਵੇਖਦਾ ਸੀ। ਦਸ਼ਵਾਂਸ਼ ਦੇ ਸਿਧਾਂਤ ਬੜੇ ਹੀ ਪ੍ਰਤਾਪੀ ਹਨ ਅਗਰ ਤੁਸੀਂ ਇਹਨਾਂ ਨੂੰ ਪ੍ਰਾਪਤ ਕਰਨ ਲਈ ਆਪਣਾ ਮਨ ਖੋਲੋ। ਸੋ ਜੇ ਤੁਸੀਂ ਪਹਿਲਾਂ ਤੋਂ ਹੀ ਅਜਿਹੇ ਵਿਚਾਰ ਨਾਲ ਇੱਥੇ ਬੈਠੇ ਹੋ ਕਿ ਇਹ ਗੱਲਾਂ ਤਾਂ ਪੈਸੇ ਬਾਰੇ ਹਨ ਅਤੇ ਅਸੀਂ ਇੱਥੋਂ ਜਾਂਦੇ ਹਾਂ, ਮੈਂ ਤੁਹਾਨੂੰ ਉਹ ਹੀ ਯਾਦ ਕਰਾਉਂਦਾ ਹਾਂ ਜੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ। ਇਹ ਸਾਡੇ ਬਾਰੇ ਨਹੀਂ ਹੈ ਪਰ ਇਹ ਤੁਹਾਡੇ ਬਾਰੇ ਹੈ। ਮੈਂ ਜਾਣਦਾ ਹਾਂ ਕਿ ਜੇ ਮੈਂ ਇਹ ਸਭ ਕੁਝ ਨਹੀਂ ਸਿਖਾਉਂਦਾ ਜੋ ਮੈਂ ਤੁਹਾਨੂੰ ਸਿਖਾ ਰਿਹਾ ਹਾਂ ਅਤੇ ਤੁਸੀਂ ਇਸ ਦੇ ਬਾਰੇ ਕਦੇ ਨਹੀਂ ਸੁਣਿਆ ਹੋਵੇਗਾ ਕਿ ਮੈਂ ਪਰਮੇਸ਼ਰ ਦੇ ਪ੍ਰਤੀ ਬੇਵਫਾ ਹਾਂ ਅਤੇ ਮੈਂ ਤੁਹਾਡੀਆਂ ਬਰਕਤਾਂ ਨੂੰ ਖੋਹ ਲਿਆ ਹੈ। ਸੋ ਜੇ ਤੁਹਾਡੇ ਕੋਲ ਤੁਹਾਡੀ ਬਾਈਬਲ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਮਲਾਕੀ ਦੇ 3 ਬਾਬ ਵੱਲ ਮੁੜੋ। ਜੇ ਤੁਹਾਨੂੰ ਨਹੀਂ ਪਤਾ ਕਿ ਮਲਾਕੀ ਦੀ ਕਿਤਾਬ ਕਿੱਥੇ ਹੈ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਪੁਰਾਣੇ ਨੇਮ ਦੀ ਆਖਰੀ ਕਿਤਾਬ ਹੈ ਅਤੇ ਇਹ ਇੱਕ ਅਨੋਖੀ ਕਿਤਾਬ ਹੈ ਕਿਉਂਕਿ ਇਸ ਦੇ ਇੱਕ ਖੰਡ ਵਿੱਚ ਸਾਰੇ ਸਿਧਾਂਤ ਇਕੱਠੇ ਰੱਖੇ ਗਏ ਹਨ। ਇਹ ਸਿਧਾਂਤ ਕਈ ਥਾਵਾਂ ਤੇ ਪਾਏ ਜਾਂਦੇ ਹਨ ਪਰ ਮਲਾਕੀ ਦੀ ਕਿਤਾਬ ਵਿੱਚ ਇਹ ਸਾਰੇ ਇੱਕ ਜਗ੍ਹਾ ਵਿੱਚ ਰੱਖੇ ਗਏ ਹਨ ਤਾਂ ਕਿ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਹੁਣ ਮੈਂ ਤੁਹਾਨੂੰ ਮਲਾਕੀ ਦੀ ਕਿਤਾਬ ਦੇ ਪਿਛੋਕੜ ਬਾਰੇ ਦੱਸਦਾ ਹਾਂ। ਪੁਰਾਣੇ ਨੇਮ ਵਿੱਚ ਜਦੋਂ
ਪਰਮੇਸ਼ਰ ਦੇ ਲੋਕ ਪ੍ਰਭੂ ਨੂੰ ਦਸ਼ਵਾਂਤ ਦੇਣ ਵਿੱਚ ਵਫਾਦਾਰ ਸਨ, ਜਿਵੇਂ ਕਿ ਉਹਨਾਂ ਨੂੰ ਦੱਸਿਆ ਗਿਆ ਸੀ, ਤਾਂ ਕਿ ਉਹਨਾਂ ਨੂੰ ਬਰਕਤ ਮਿਲਦੀ। ਕਈ ਕਾਰਨਾਂ ਕਰਕੇ ਅਸੀਂ ਇਸ ਨੂੰ ਪੂਰਾ ਨਹੀਂ ਸਮਝਦੇ। ਜਦੋਂ ਉਹ ਦਸ਼ਵਾਂਤ ਦੇਣਾ ਬੰਦ ਕਰ ਦਿੰਦੇ ਹਨ, ਤਦ ਪਰਮੇਸ਼ਰ ਦੀਆਂ ਬਰਕਤਾਂ ਵੀ ਰੁਕ ਜਾਂਦੀਆਂ ਹਨ। ਉਹਨਾਂ ਉੱਪਰ ਗਰੀਬੀ ਆ ਜਾਂਦੀ ਹੈ, ਉਹ ਬੜੀ ਹੀ ਬੁਰੀ ਹਾਲਤ ਵਿੱਚ ਆ ਜਾਂਦੇ ਹਨ। ਪੁਰਾਣੇ ਨੇਮ ਵਿੱਚ ਇਸਰਾਏਲੀਆਂ ਦੇ ਇਤਿਹਾਸ ਵਿੱਚ ਉਹ ਸਾਰੇ ਜਣੇ ਕਸਦੀਆਂ ਵੱਲੋਂ ਬੰਦੀ ਬਣਾਏ ਗਏ ਅਤੇ 70 ਸਾਲ ਉਹਨਾਂ ਦੀ ਕੈਦ ਵਿੱਚ ਰਹੇ, ਅਤੇ ਜਦੋਂ ਉਹ ਵਾਪਸ ਯਰੂਸ਼ਲਮ ਨੂੰ ਦੁਬਾਰਾ ਬਣਾਉਣ ਆਏ, ਤੁਸੀਂ ਸੋਚੋ, ਉਹਨਾਂ ਨੇ ਪਰਮੇਸ਼ਰ ਦੀਆਂ ਗੱਲਾਂ ਜੋ ਉਸ ਨੇ ਸਿੱਖੀਆਂ ਸਨ ਤੋੜ ਮੋੜ ਦਿੱਤੀਆਂ, ਜਿਸ ਕਾਰਨ ਉਹ ਕੈਦ ਵਿੱਚ ਚਲੇ ਗਏ। ਪਰ ਵੇਖੋ, ਉਹ ਯਰੂਸ਼ਲਮ ਵਾਪਸ ਆਏ ਅਤੇ ਉਹਨਾਂ ਨੇ ਦਸ਼ਵਾਂਤ ਦੇਣਾ ਬੰਦ ਕਰ ਦਿੱਤਾ ਸੀ। ਕੁਝ ਅਜੀਬ ਕਰਨੇ ਸ਼ੁਰੂ ਕਰ ਦਿੱਤੇ, ਜਿਵੇਂ ਅਸੀਂ ਕੁਝ ਦੇਰ ਬਾਅਦ ਦੇਖਾਂਗੇ। ਇੱਕ ਆਗਿਆਕਾਰੀ ਦੀ ਮਿਸਾਲ ਦਿੰਦੇ ਹੋਏ, ਜਦੋਂ ਅਸਲ ਵਿੱਚ ਉਹ ਅਣਆਗਿਆਕਾਰੀ ਸਨ। ਠੀਕ ਸਰਵਸ਼ਕਤੀਮਾਨ ਪਰਮੇਸ਼ਰ ਨੇ ਦੇਖਿਆ ਉਸ ਦੇ ਨਾਲ ਕੀ ਹੋ ਰਿਹਾ ਹੈ, ਸੋ ਇੱਕ ਮਲਾਕੀ ਨਾਂ ਦੇ ਮਨੁੱਖ ਕੋਲ ਗਿਆ ਅਤੇ ਉਸ ਨੇ ਮਲਾਕੀ ਨੂੰ ਇਹਨਾਂ ਲੋਕਾਂ ਲਈ ਪ੍ਰਚਾਰ ਕਰਨ ਨੂੰ ਭੇਜਿਆ। ਅਸਲ ਵਿੱਚ ਉਸ ਨੇ ਮਲਾਕੀ ਨੂੰ ਕਿਹਾ, ਤੂੰ ਉਹਨਾਂ ਲੋਕਾਂ ਕੋਲ ਜਾ ਅਤੇ ਉਹਨਾਂ ਨੂੰ ਸਿੱਧੇ ਰਾਹ ਤੇ ਲੈ ਕੇ ਆ। ਅਗਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੁੰਦੇ ਹੋ ਤਾਂ ਮਲਾਕੀ ਦੀ ਕਿਤਾਬ ਨੂੰ ਪੜ੍ਹੋ। ਮੇਰਾ ਮਤਲਬ ਇਸ ਨੂੰ ਕੋਈ ਨਹੀਂ ਲਿਆ, ਮੇਰਾ ਮਤਲਬ ਇਹਨਾਂ ਨੂੰ ਉਸ ਨੂੰ ਦਿੱਤਾ, ਅਤੇ ਮਲਾਕੀ ਦੇ 3 ਅਧਿਆਇ ਵਿੱਚ ਉਹ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਹਨਾਂ ਨੇ ਕੀ ਕਰਨਾ ਬੰਦ ਕਰ ਦਿੱਤਾ ਅਤੇ ਕਿਉਂ ਉਹ ਪਰਮੇਸ਼ਰ ਦੀ ਬਰਕਤ ਤੋਂ ਦੂਰ ਹਨ। ਮਲਾਕੀ ਦੇ 3 ਅਧਿਆਇ ਦੀ 10 ਐਤ ਵਿੱਚ ਅਸੀਂ ਪੜ੍ਹਦੇ ਹਾਂ, ਸਾਰੇ ਦਸ਼ਵਾਂਸ਼ ਮੇਰੇ ਮੋਦੀਖਾਨੇ ਲਿਆਓ, ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ, ਅਤੇ ਉਸੇ ਨਾਲ ਜ਼ਰਾ ਮੈਨੂੰ ਪਰਤਿਆਓ। ਸੈਨਾ ਦਾ ਯਹੋਵਾ ਆਖਦਾ ਹੈ ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ, ਭਾਈ ਤੁਹਾਡੇ ਲਈ ਬਰਕਤ ਭਰਾਵਾਂ, ਇੱਥੋਂ ਤੱਕ ਕਿ ਉਹ ਲਈ ਤੁਹਾਡੇ ਕੋਲ ਥਾਂ ਬਿਨਾ ਹੋਵੇਗਾ। ਹੁਣ ਇਹ ਐਤ ਬਹੁਤ ਹੀ ਮਹੱਤਵਪੂਰਨ ਹੈ, ਇਸ ਲਈ ਹਰ ਸਾਲ ਮੈਂ ਇਸ ਵਿੱਚੋਂ ਪ੍ਰਚਾਰ ਕਰਦਾ ਹਾਂ ਅਤੇ ਹਰ ਵਾਰ ਮੈਂ ਇਸ ਨੂੰ ਪੜ੍ਹਦਾ ਹਾਂ ਅਤੇ ਹਰ ਵਾਰ ਮੈਨੂੰ ਨਵਾਂ ਪ੍ਰਕਾਸ਼ ਮਿਲਦਾ ਹੈ। ਇਸ ਐਤ ਵਿੱਚ ਪਰਮੇਸ਼ਰ ਦੀ ਸੋਚ ਕਲੀਸਿਆ ਅਤੇ ਉਸ ਦੇ ਲੋਕਾਂ ਲਈ ਅੱਜ ਵੀ ਹੈ। ਮੈਂ ਅਜਿਹੀ ਕੋਈ ਚਰਚ ਨਹੀਂ ਵੇਖੀ ਜੋ ਪਰਮੇਸ਼ਰ ਦਾ ਕੰਮ ਅਤੇ ਲੋਕਾਂ ਕੋਲ ਬੜੇ ਉਤਸ਼ਾਹ ਪਹੁੰਚਾਉਂਦੇ ਹੋਣ, ਜਿਨ੍ਹਾਂ ਵਿੱਚ ਵਿਸ਼ਵਾਸਯੋਗ ਲੋਕਾਂ ਦਾ ਗਰੁੱਪ ਅਤੇ ਦੇਣ ਵਾਲੇ ਹੋਣ। ਉਹ ਸਾਰੇ ਆਪਣੇ ਦਸ਼ਵਾਂਤ ਦੇਣ ਤੋਂ ਸ਼ੁਰੂ ਕਰਦੇ ਹਨ, ਆਪਣਾ 10ਵਾਂ ਹਿੱਸਾ ਆਪਣੀ ਕਮਾਈ ਵਿੱਚੋਂ ਦੇ ਕੇ ਪਰਮੇਸ਼ਰ ਨੂੰ। ਹੁਣ ਜਦੋਂ ਅਸੀਂ ਇਹਨਾਂ ਆਇਤਾਂ ਨੂੰ ਵੇਖਿਆ, ਜਲਦੀ ਹੀ ਮੈਂ ਤੁਹਾਨੂੰ 7 ਕਾਰਨ ਦੱਸਣਾ ਚਾਹੁੰਦਾ ਹਾਂ ਕਿ ਕਿਉਂ ਇਹ ਸਾਡੇ ਸਾਰਿਆਂ ਲਈ ਮਹੱਤਵਪੂਰਨ ਹਨ। ਫਿਰ ਇਹ ਚਰਚ ਬਾਰੇ ਨਹੀਂ ਹੈ, ਸੱਚਮੁੱਚ ਪੈਸਾ ਚਰਚ ਨੂੰ ਨਹੀਂ ਦਿੱਤਾ ਜਾਂਦਾ, ਫਿਰ ਪਰਮੇਸ਼ਰ ਨੂੰ ਦਿੱਤਾ ਜਾਂਦਾ ਹੈ। ਇਹ ਮੇਰੇ ਅਤੇ ਤੁਹਾਡੇ ਬਾਰੇ ਸਾਡੀ ਖੁਦ ਦਾ ਪਰਮੇਸ਼ਰ ਨਾਲ ਸੰਬੰਧ ਅਤੇ ਪਰਮ ਪ੍ਰਧਾਨ ਪਰਮੇਸ਼ਰ ਤੋਂ ਬਰਕਤ ਪਾਉਣ ਬਾਰੇ ਵਿੱਚ ਹੈ। ਪਹਿਲਾ ਨੰਬਰ, ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ, ਅਸੀਂ ਪਰਮੇਸ਼ਰ ਨੂੰ ਪਹਿਲ ਦਿੰਦੇ ਹਾਂ। ਪਹਿਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਦਸ਼ਵਾਂਸ਼ ਦਿੰਦੇ ਹਾਂ, ਅਸੀਂ ਪਰਮੇਸ਼ਰ ਨੂੰ ਪਹਿਲ ਦਿੰਦੇ ਹਾਂ। ਇੱਥੇ ਕੁਝ ਦਸ਼ਵਾਂਸ਼ ਬਾਰੇ ਵਿੱਚ ਹੈ ਜੋ ਕਿ ਤੁਹਾਡੀ ਜ਼ਿੰਦਗੀ ਦੀ ਅਹਿਮੀਅਤ ਨੂੰ ਬਣਾਉਂਦਾ ਹੈ। ਹੁਣ ਜੋ ਮਲਾਕੀ ਦੇ ਦਿਨਾਂ ਵਿੱਚ ਹੋ ਰਿਹਾ ਸੀ, ਉਹ ਬਹੁਤ ਹੀ ਰੋਮਾਂਚਕ ਸੀ। ਉਹ ਪਰਮੇਸ਼ਰ ਨੂੰ ਪਹਿਲ ਦੇਣ ਦੀ ਪ੍ਰਕਿਰਿਆ ਵਿੱਚੋਂ ਜਾ ਰਹੇ ਸਨ, ਪਰ ਵਾਸਤਵ ਵਿੱਚ ਉਹ ਪਖੰਡ ਕਰ ਰਹੇ ਸਨ। ਆਪਣੀ ਬਾਈਬਲ ਵੱਲ ਵਾਪਸ ਮੁੜੋ। ਅਗਰ ਤੁਸੀਂ ਮਲਾਕੀ ਦੀ ਕਿਤਾਬ ਉਸ ਦੇ ਪਹਿਲੇ ਪਾਠ ਦੀ 8ਵੀਂ ਐਤ ਵੇਖੋ ਤਾਂ ਮਲਾਕੀ 1 ਅਧਿਆਇ 8 ਵਚਨ, ਜਦੋਂ ਤੁਸੀਂ ਉਹਦਾ ਚੜਾਵਾ ਚੜਾਉਂਦੇ ਹੋ ਤਾਂ ਕੁਝ ਬੁਰਾਈ ਨਹੀਂ, ਜਰਾ ਤੂੰ ਆਪਣੇ ਹਾਕਮ ਨੂੰ ਉਹੀ ਚੜਾਵਾ ਚੜਾ ਕਿ ਉਹ ਤੇਰੇ ਤੋਂ ਖੁਸ਼ ਹੋਵੇਗਾ ਜਾਂ ਕਿ ਤੇਰੇ ਚਿਹਰੇ ਨੂੰ ਆਦਰ ਦੇਵੇਗਾ। ਸੈਨਾ ਦੇ ਯਹੋਵਾ ਦਾ ਫਰਮਾਨ ਹੈ। ਕੁਝ ਲੋਕ ਕੀ ਕਰ ਰਹੇ ਸਨ, ਉਹ ਸਿਰਫ ਬਾਹਰੀ ਤੌਰ ਤੇ ਹੀ ਦਿਖਾਉਣਾ ਚਾਹੁੰਦੇ ਸਨ ਕਿ ਉਹ ਸਹੀ ਕਰ ਰਹੇ ਹਨ, ਪਰ ਉਹਨਾਂ ਲਈ ਇੱਕ ਚੁਣੌਤੀ ਸੀ ਕਿ ਉਹ ਆਪਣੇ ਇੱਜੜ ਵਿੱਚੋਂ ਉੱਤਮ ਪਰਮੇਸ਼ਰ ਨੂੰ ਦੇਣ, ਪਰ ਉਸ ਦੀ ਬਜਾਏ ਉਹ ਦੂਸਰੇ ਜਾਨਵਰ ਜਿਹੜੇ ਉਹਨਾਂ ਦੇ ਇੱਜੜ ਦੇ ਨਾਲ ਹੁੰਦੇ ਸਨ ਅਤੇ ਉਹਨਾਂ ਤੇ ਇੱਕ ਉੱਤੇ ਲੇਬਲ ਲਾ ਕੇ ਉਹ ਉਸ ਨੂੰ ਪਰਮੇਸ਼ਰ ਨੂੰ ਦੇ ਦਿੰਦੇ ਸਨ। ਇਹ ਕਰਦੇ ਹੋਏ ਉਹ ਕਹਿੰਦੇ ਸਨ ਕਿ ਅਸੀਂ ਪਰਮੇਸ਼ਰ ਨੂੰ ਪਹਿਲ ਦਿੰਦੇ ਹਾਂ। ਕਿ ਉਹ ਸਨ? ਮੈਂ ਨਹੀਂ ਸੋਚਦਾ ਉਹ ਆਪਣੇ ਆਪ ਨੂੰ ਪਹਿਲ ਦੇ ਰਹੇ ਸਨ। ਉਹ ਆਪਣੇ ਲਈ ਉੱਤਮ ਰੱਖ ਰਹੇ ਸਨ, ਪਰਮੇਸ਼ਰ ਨੂੰ ਬਚਿਆ ਹੋਇਆ ਦੇ ਰਹੇ ਸਨ। ਆਪਣੀਆਂ ਬਾਈਬਲਾਂ ਨੂੰ ਉਸੇ ਅਧਿਆਇ ਦੀ 14 ਐਤ ਨੂੰ ਖੋਲੋ ਅਤੇ ਵੇਖੋ ਇੱਥੇ ਕੀ ਲਿਖਿਆ ਹੈ। ਫਿਟਕਾਰ ਉਸ ਛਲੀਏ ਉੱਤੇ ਜਿਸ ਨੇ ਇੱਜੜ ਪਸ਼ੂ ਵਿੱਚ, ਨਰ ਪਸ਼ੂ ਤਾਂ ਹੈ ਜਿਹਦੀ ਉਹ ਸੁਖਣਾ ਸੁਖਦਾ ਹੈ, ਪਰ ਪ੍ਰਭੂ ਲਈ ਨਹੀਂ। ਬੱਜ ਵਾਲਾ ਚੜਾਵਾ ਚੜਾਉਂਦੇ ਹਨ, ਕਿਉਂ ਜੋ ਮੈਂ ਮਹਾਰਾਜਾ ਹਾਂ। ਸੈਨਾ ਦਾ ਯਹੋਵਾ ਫਰਮਾਉਂਦਾ ਹੈ, ਕੌਮਾਂ ਵਿੱਚ ਮੇਰਾ ਨਾਮ ਪੈਦਾਇਕ ਹੈ। ਪਰਮੇਸ਼ਰ ਕਹਿੰਦਾ ਹੈ, ਆਪਣੀ ਜ਼ਿੰਦਗੀ ਦਾ ਬਚਿਆ ਹੋਇਆ ਮੇਰੇ ਕੋਲ ਨਾ ਲੈ ਕੇ ਆਓ। ਮੈਂ ਇੱਕ ਰਾਜਾ ਹਾਂ ਅਤੇ ਮੈਂ ਉੱਤਮ ਦਾ ਹੱਕਦਾਰ ਹਾਂ। ਆਪਣਾ ਸਭ ਤੋਂ ਉੱਤਮ ਮੇਰੇ ਕੋਲ ਲੈ ਕੇ ਆਓ। ਇਸਰਾਏਲੀ ਲੋਕ ਇਸ ਤਰ੍ਹਾਂ ਨਹੀਂ ਕਰ ਰਹੇ ਸਨ।
ਤੁਸੀਂ ਕਹੋਗੇ ਕਿ ਅੱਜ ਇਸ ਦਾ ਅਨੁਵਾਦ ਹੋ ਸਕਦਾ ਹੈ। ਠੀਕ ਹੈ, ਮੈਂ ਸੋਚਦਾ ਹਾਂ ਅੱਜ ਕਈ ਵਾਰ ਇਸ ਦੇ ਅਨੁਵਾਦ ਦੇ ਕਾਰਨ ਕੁਝ ਇਸ ਤਰ੍ਹਾਂ ਹੀ ਹੁੰਦਾ ਹੈ। ਠੀਕ ਹੈ ਪ੍ਰਭੂ ਪਰਮੇਸ਼ਰ, ਮੇਰੀ ਜ਼ਿੰਦਗੀ ਵਿਅਸਤ ਹੈ, ਹੁਣ ਬਹੁਤ ਸਾਰੇ ਕੰਮ ਹਨ ਮੇਰੇ ਕੋਲ ਅਤੇ ਬਹੁਤ ਸਾਰੇ ਬਿੱਲ ਅਦਾ ਕਰਨੇ ਹਨ। ਜੇ ਬਾਅਦ ਵਿੱਚ ਕੁਝ ਬਚਿਆ ਤਾਂ ਐਤਵਾਰ ਨੂੰ ਦਾਨ ਪੇਟੀ ਵਿੱਚ ਪਾ ਦੇਵਾਂਗਾ, ਜਾਂ ਫਿਰ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਦੇਣ ਲਈ। ਇਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਪਰਮੇਸ਼ਰ ਨੂੰ ਦਿੰਦੇ ਹੋ। ਪਿਆਰੇ ਦਰਸ਼ਕੋ, ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਵੇਖਣ ਵਿੱਚ ਦਿਲਚਸਪੀ ਲੈ ਰਹੇ ਹੋ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੋਸਤੋ, ਅੱਜ ਅਸੀਂ ਕਲੀਸਿਆ ਦੀ ਸੇਵਕਾਈ ਬਾਰੇ ਚਰਚਾ ਕਰ ਰਹੇ ਸੀ ਅਤੇ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕੀਤਾ ਜੋ ਕਿ ਕਲੀਸਿਆ ਦੀ ਸੇਵਕਾਈ ਦੇ ਲਈ ਬਹੁਤ ਜ਼ਰੂਰੀ ਹਨ। ਦੋਸਤੋ, ਜਦੋਂ ਵੀ ਸਾਡੇ ਮਨ ਵਿੱਚ ਕਲੀਸਿਆ ਦੀ ਸੇਵਕਾਈ ਕਰਨ ਦਾ ਵਿਚਾਰ ਆਉਂਦਾ ਹੈ ਤਾਂ ਜੋ ਵੀ ਕੰਮ ਪ੍ਰਭੂ ਸਾਨੂੰ ਦਿੰਦਾ ਹੈ ਉਹ ਕੰਮ ਸਾਨੂੰ ਖੁਸ਼ੀ ਨਾਲ ਕਰਨਾ ਚਾਹੀਦਾ ਹੈ। ਸਾਨੂੰ ਪ੍ਰਭੂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਪਰਮੇਸ਼ਰ ਦੀ ਕਲੀਸਿਆ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਇੱਕ ਬਹੁਤ ਵੱਡੀ ਗੱਲ ਹੈ। ਜਿਹਨੂੰ ਇਹ ਸੇਵਾ ਮਿਲਦੀ ਹੈ ਉਹ ਵਿਅਕਤੀ ਸੱਚਮੁੱਚ ਇੱਕ ਧੰਨ ਮਨੁੱਖ ਹੁੰਦਾ ਹੈ। ਇਸ ਤੋਂ ਬਾਅਦ ਅਸੀਂ ਬਾਈਬਲ ਦੇ ਇੱਕ ਹੋਰ ਮਹੱਤਵਪੂਰਨ ਵਿਸ਼ੇ ਨੂੰ ਸ਼ੁਰੂ ਕੀਤਾ। ਉਹ ਵਿਸ਼ਾ ਸੀ ਦਸਵੰਧ ਬਾਰੇ। ਦੋਸਤੋ, ਮਲਾਕੀ ਦੀ ਪੁਸਤਕ ਵਿੱਚ ਅਸੀਂ ਦਸਵੰਧ ਬਾਰੇ ਵੇਖਦੇ ਹਾਂ। ਦਸਵੰਧ ਦਾ ਅਰਥ ਤੁਹਾਡੀ ਕਮਾਈ ਦਾ 10ਵਾਂ ਹਿੱਸਾ ਹੁੰਦਾ ਹੈ। ਇਹ ਇੱਕ ਸਿਧਾਂਤ ਹੈ ਅਤੇ ਪਰਮੇਸ਼ਰ ਸਾਨੂੰ ਚਾਹੁੰਦਾ ਹੈ ਕਿ ਅਸੀਂ ਦਸਵੰਧ ਦੇ ਇਸ ਸਿਧਾਂਤ ਨੂੰ ਇਮਾਨਦਾਰੀ ਦੇ ਨਾਲ ਪੂਰਾ ਕਰੀਏ। ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਦਸਵੰਧ ਦੇ ਸਿਧਾਂਤ ਬਾਰੇ ਹੋਰ ਜਾਣਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਪਿਤਾ ਪਰਮੇਸ਼ਰ ਅੱਜ ਸਾਡੇ ਉੱਤੇ ਆਪਣੇ ਵਚਨ ਦੇ ਰਾਹੀਂ ਇਸ ਗੱਲ ਨੂੰ ਪ੍ਰਗਟ ਕੀਤਾ ਕਿ ਜਦ ਪ੍ਰਭੂ ਜੀ ਤੁਸੀਂ ਕਿਸੇ ਦੇ ਮਨ ਵਿੱਚ ਸੇਵਾ ਦਾ ਭਾਵ ਪਾਉਂਦੇ ਹੋ ਤਾਂ ਪਿਤਾ ਪਰਮੇਸ਼ਰ ਉਹਨੂੰ ਆਪਣੀ ਸੇਵਾ ਵਾਸਤੇ ਖਰਾਈ ਦੇ ਨਾਲ ਤੁਹਾਡੇ ਸਾਹਮਣੇ ਉਪਸਥਿਤ ਹੋਣਾ ਚਾਹੀਦਾ। ਔਰ ਸੱਚਮੁੱਚ ਪਿਤਾ ਪਰਮੇਸ਼ਰ, ਜਦੋਂ ਤੁਸੀਂ ਕਿਸੇ ਨੂੰ ਆਪਣੀ ਸੇਵਾ ਦੇ ਲਈ ਚੁਣਦੇ ਹੋ ਤੇ ਬਹੁਤ ਹੀ ਮਹਾਨ ਗੱਲ ਹੈ, ਬਹੁਤ ਹੀ ਵੱਡੀ ਗੱਲ ਹੈ ਪ੍ਰਭੂ। ਪਿਆਰੇ ਪਿਤਾ ਪਰਮੇਸ਼ਰ, ਅਸੀਂ ਅੱਜ ਆਪਣੇ ਦੂਸਰੇ ਵਿਸ਼ੇ ਦੇ ਵਿੱਚ ਦੇਣ ਬਾਰੇ ਸਿੱਖਿਆ। ਅਸੀਂ ਤੁਹਾਡੇ ਉਸ ਸਿਧਾਂਤ ਬਾਰੇ ਸਿੱਖਿਆ ਜਿਹੜਾ ਸਾਨੂੰ ਸਿਖਾਉਂਦਾ ਹੈ ਕਿ ਸਾਰੇ ਭੰਡਾਰ ਪ੍ਰਭੂ ਤੁਹਾਡੇ ਭਵਨ ਵਿੱਚ ਲੈ ਕੇ ਆਏ ਜਾਣ। ਤੇ ਪਿਤਾ ਪਰਮੇਸ਼ਰ, ਤੁਸੀਂ ਦਸਵੰਧ ਦੀ ਸਿੱਖਿਆ ਬਾਰੇ ਸਾਨੂੰ ਸਿਖਾਇਆ ਕਿ ਪ੍ਰਭੂ ਇਸ 'ਤੇ ਕਿਸੇ ਵੀ ਮਨੁੱਖ ਦਾ ਹੱਕ ਨਹੀਂ ਹੈ, ਇਸ 'ਤੇ ਤੁਹਾਡਾ ਹੱਕ ਹੈ। ਤੁਸੀਂ ਚਾਹੁੰਦੇ ਹੋ ਕਿ ਪ੍ਰਭੂ ਤੁਹਾਡੇ ਘਰ ਦੇ ਵਿੱਚ, ਤੁਹਾਡੇ ਭਵਨ ਦੇ ਵਿੱਚ ਪਿਤਾ ਪਰਮੇਸ਼ਰ ਦਸਵਾਂਸ਼ ਲਿਆਏ ਜਾਣ। ਔਰ ਇਸ ਦੀ ਜਿਹੜੀ ਵੱਡੀ ਆਸ਼ੀਸ਼ ਤੁਸੀਂ ਸਾਨੂੰ ਦਿੱਤੀ ਹੈ, ਉਸ ਆਸ਼ੀਸ਼ ਦਾ ਲਾਭ ਅਸੀਂ ਇਸ ਦਸਵੰਧ ਦੀ ਸਿੱਖਿਆ ਦੁਆਰਾ ਪ੍ਰਭੂ ਜੀ ਹਾਸਿਲ ਕਰ ਸਕੀਏ। ਮੇਰੀ ਪ੍ਰਾਰਥਨਾ ਪਿਤਾ ਪਰਮੇਸ਼ਰ, ਤੁਸੀਂ ਸਾਡੇ ਸਾਰਿਆਂ ਦੇ ਦਿਲਾਂ ਨੂੰ ਖੋਲੋ ਤਾਂ ਕਿ ਪਿਤਾ ਪਰਮੇਸ਼ਰ ਇਸ ਸਿੱਖਿਆ ਨੂੰ ਅਸੀਂ ਹਲਕੇ 'ਚ ਨਾ ਲਈਏ, ਬਲਕਿ ਦਿਲ ਖੋਲ ਕੇ ਪਿਤਾ ਪਰਮੇਸ਼ਰ ਆਪਣੇ ਦਾਨਾਂ ਨੂੰ ਤੁਹਾਨੂੰ ਦਈਏ ਤੇ ਆਪਣੇ ਦਸਵਾਂਸ਼ ਪਿਤਾ ਪਰਮੇਸ਼ਰ ਤੁਹਾਡੇ ਘਰ 'ਚ ਲੈ ਕੇ ਆਈਏ, ਤਾਂ ਕਿ ਪਿਤਾ ਪਰਮੇਸ਼ਰ ਤੁਹਾਡੀ ਸੇਵਕਾਈ ਦਾ ਕੰਮ, ਨੇਕ ਕੰਮਾਂ ਦਾ ਕੰਮ ਹਮੇਸ਼ਾ ਜਾਰੀ ਰਹੇ। ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।